ਕੀਤਾ ਗਿਆ। ਕੇਜਰੀਵਾਲ ਨੇ ਚੁਟਕਲਾ ਸੁਣਾਇਆ ਆਪਣੇ ਅੰਦਾਜ਼ ਦੇ ਵਿੱਚ, ਜਿੱਥੇ ਉਹਨਾਂ ਨੇ ਆਖਿਆ ਕਿ 140 ਕਰੋੜ ਲੋਕਾਂ ਨੂੰ ਕਹਿ ਰਹੇ ਨੇ ਕਿ E20 जो है वो सही है, बोलो आप सुप्रीमो अरविंद केजरीवाल ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ। ਇਸ ਤਰ੍ਹਾਂ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਹੋ। ਹਾਲਾਂਕਿ ਬੀਤੇ ਦਿਨਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਤਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ 2.5 ਲੱਖ ਤੋਂ ਵੱਧ ਨੌਜਵਾਨ ਜੋ ਨੇ ਉਹ ਆਨਲਾਈਨ ਜੁੜਦੇ ਨੇ, ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ। ਹਾਲਾਂਕਿ ਪਟੀਸ਼ਨਾਂ ਲੈ ਕੇ ਜੋ ਨੇ ਉਹ ਉਹਨਾਂ ਦੇ ਵੱਲੋਂ ਪੀਐਮ ਰਿਹਾਇਸ਼ ਦਾ ਵੀ ਰੁਖ ਕੀਤਾ ਜਾਂਦਾ ਹੈ। ਹਾਲਾਂਕਿ ਉਸ ਦੌਰਾਨ ਜੋ ਹੈ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਦੇ ਉੱਤੇ ਵਰਦੇ ਹੋਏ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਜ਼ਰ ਆਏ ਨੇ ਔਰ ਉਹਨਾਂ ਦੇ ਵੱਲੋਂ ਇਸ ਦਾ ਹੀ ਜ਼ਿਕਰ ਕੀਤਾ ਗਿਆ ਕਿ ਇਸ ਤਰੀਕੇ ਦੇ ਨਾਲ ਤੁਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਹੋ। ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਹੋ ਕਿ ਤੁਸੀਂ ਇਸ ਨੂੰ ਬੋਲੋ ਕਿ ਇਹ ਸਹੀ ਹੈ। ਹਾਲਾਂਕਿ E20 ਨੂੰ ਲੈ ਕੇ ਕਿੰਨਾ ਕੁ ਨੁਕਸਾਨ ਹੋ ਰਿਹਾ ਔਰ ਜ਼ਮੀਨੀ ਪੱਧਰ ਦੇ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਔਰ ਉਧਰ ਜੇਕਰ ਕੇਂਦਰ ਮੰਤਰੀ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਮੰਤਰੀ ਵੀ ਇਹ ਕਹਿ ਚੁੱਕੇ ਨੇ, ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਹਾਂ E20 ਪੈਟਰੋਲ ਦੇ ਨਾਲ ਨੁਕਸਾਨ ਜੋ ਹੈ ਉਹ ਗੱਡੀਆਂ ਦਾ ਹੋ ਰਿਹਾ ਹੈ। 2023 ਤੋਂ ਪਹਿਲਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਉੱਤੇ ਜ਼ਿਆਦਾ ਅਸਰ ਵੇਖਣ ਨੂੰ ਮਿਲ ਰਿਹਾ ਔਰ ਇਸੇ ਨੂੰ ਲੈ ਕੇ ਜੋ ਹੈ ਲਗਾਤਾਰ ਵਿਰੋਧੀ ਧਿਰਾਂ ਜੋ ਨੇ ਕੇਂਦਰ ਸਰਕਾਰ ਨੂੰ ਘੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। 140 ਕਰੋੜ ਲੋਕਾਂ ਨੂੰ ਕਹਿ ਰਹੇ ਨੇ ਕਿ ਬੋਲੇ E20 ਸਹੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੇ ਅੰਦਾਜ਼ ਦੇ ਵਿੱਚ ਕਹਿ ਸਕਦੇ ਆ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਔਰ ਇਸ ਦੇ ਵਿੱਚ ਦੱਸ ਦਈਏ ਕਿ ਲਗਾਤਾਰ ਜੋ ਹੈ ਵਿਰੋਧ ਇਸ ਦਾ ਹੋ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਨੀਟ ਪੇਪਰ ਲੀਕ ਮਾਮਲੇ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜੰਤਰ ਮੰਤਰ ਤੋਂ ਔਰ ਉਸ ਤੋਂ ਬਾਅਦ ਜੋ ਹੈ E20 ਦਾ ਮੁੱਦਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੇਲੇ ਜੋ ਹੈ ਮੰਗ ਕੀਤੀ ਜਾ ਰਹੀ ਹੈ ਕਿ E20 ਪੈਟਰੋਲ ਜੋ ਹੈ ਉਸ ਨੂੰ ਬੰਦ ਕੀਤਾ ਜਾਏ ਕਿਉਂਕਿ ਵਾਹਨਾਂ ਦਾ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਰਿਹਾ। ਹਾਲਾਂਕਿ ਉਹਨਾਂ ਦੇ ਵੱਲੋਂ ਇਸਦਾ ਵੀ ਜ਼ਿਕਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਜੇਕਰ E20 ਰੱਖਣਾ ਹੈ ਤਾਂ ਫਿਰ ਪੈਟਰੋਲ ਪੰਪਾਂ ਦੇ ਉੱਤੇ ਆਪਸ਼ਨ ਹੋਣਾ ਚਾਹੀਦਾ ਹੈ। ਜਿਹਨੇ ਸ਼ੁੱਧ ਪੈਟਰੋਲ ਪਵਾਉਣਾ ਹੈ ਉਹ ਸ਼ੁੱਧ ਪੈਟਰੋਲ ਪਵਾ ਸਕਦਾ ਹੈ ਔਰ ਜਿਹਨੇ E20 ਪੈਟਰੋਲ ਪਵਾਉਣਾ ਹੈ ਉਹ ਪਵਾ ਸਕਦਾ ਹੈ। ਇਸ ਤੋਂ ਇਲਾਵਾ ਜੋ ਰਕਮ ਹੈ ਉਸ ਨੂੰ ਵੀ ਘੱਟ ਕਰਨ ਦੀ ਮੰਗ ਕੀਤੀ। आदिवासी दिवस के अवसर पे सभी देश भर के आदिवासी समाज के लोगों को बहुत बहुत बधाई। पिछले 75 साल में आदिवासी समाज के साथ सबसे ज्यादा अन्याय हुआ है। देश ने तरक्की की 75 साल में, बाकी सभी समाज के लोगों ने तरक्की की, लेकिन आदिवासी समाज पीछे रह गया। क्यों? क्योंकि आदिवासी समाज को जानबूझ के पीछे रखा गया। उनके जितने संसाधन थे उन पे डाका डाला गया। जल, जंगल, जमीन, ये पैदाइशी अधिकार है आदिवासी समाज। गौरी मेरे नाल दिल्ली तो लाइव जुड़े हुए ने। गौरी, लगातार मांग की जा रही है, E20 ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ, ਬੰਦ ਕਰਨ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇੱਕ ਵਾਰ ਮੁੜ ਤੋਂ ਕੇਂਦਰ ਦੇ ਉੱਤੇ ਨਿਸ਼ਾਨੇ ਬਿੰਦੇ ਹੋਏ ਨਜ਼ਰ ਆਏ। जी, E20 को लेकर के पूरे देश में हम देख पा रहे हैं कि कैसे विपक्ष जो है वो घमासान कर रहा है और अभी कुछ दिन पहले ही जो आप पार्टी के संयोजक हैं और दिल्ली के पूर्व मुख्यमंत्री अरविंद केजरीवाल ने E20 को लेकर के पीएम हाउस को घेरने की कोशिश की थी, लेकिन दिल्ली पुलिस ने उन्हें बीच में ही रोक दिया था और बवाल हुआ था। लेकिन इस बार एक्स के जरिए अरविंद केजरीवाल ने पीएम मोदी पर और केंद्र सरकार पर निशाना साधा है। उन्होंने एक्स पर एक वीडियो डाला और उसके कैप्शन में लिखा है कि कुछ इस प्रकार से जनता के साथ जो है खेल किया जा रहा है। अब मैं आपको एक चुटकुले के माध्यम से बताता हूँ। वो चुटकुला उन्होंने क्या सुना मैं हमारे दर्शकों को जरूर बताना चाहूंगी। उन्होंने कहा कि 3 देशों अमेरिका, रूस, भारत, इन 3 देशों के बीच में कंपटीशन होता है और कंपटीशन में इन तीनों देशों की पुलिस के साथ कंपटीशन होता है और एक जंगल में शेर को छोड़ दिया जाता है। शेर को छोड़ा जाता है और तीनों देशों की पुलिस से कहा जाता है कि आप जो है शेर को खोज करके लाइए। तो पहली जो ट्रंप की पुलिस है वो जाती है, ट्रंप की पुलिस 24 घंटे में खोज करके ले आती है शेर को और पुतिन की जाती है तो वो 1 घंटे में लेकर के आती है। लेकिन जो मोदी जी की पुलिस है वो जाती है जंगल में शेर को लेने के, लेकिन लौट के आती ही नहीं है। वो आगे कहते हैं वीडियो के माध्यम से ही कि जब लोग बाग वहां पर पहुंचने लगते हैं तो वो कहते हैं कि भाई शेर ढूंढ के नहीं लाई मोदी जी की पुलिस। तो देखते जाके वहां पर हो क्या रहा है। वहां पर जो मोदी जी की पुलिस है वो
कुत्ते को पकड़ के बैठी है और कुत्ते को लगातार मारे जा रही है, पीटे जा रही है, लगातार मारे जा रही है और उनसे कह रही है कि भाई बोलो कि मैं शेर हूं, बोलो कि मैं ही शेर हूं। तो वो आगे कहते हैं वीडियो के माध्यम से कुछ इस प्रकार से देश के 140 करोड़ की जनता को E20 के लिए समझाया जा रहा है कि बोलिए E20 सही है, E20 सही है। तो कुछ इस प्रकार से उन्होंने एक्स के जरिए केंद्र सरकार पर निशाना साधा है। ਬਿਲਕੁਲ ਗੌਰੀ, ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਪ੍ਰੋਗਰਾਮ ਬਕਾਇਦਾ ਰੱਖਿਆ ਗਿਆ ਸੀ ਆਨਲਾਈਨ ਵੇ ਦੇ ਨਾਲ। ਜਿਸ ਤਰੀਕੇ ਦੇ ਨਾਲ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ ਸੀ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਜੁੜੇ ਹੋਏ ਸਨ, ਵਿਰੋਧ ਕੀਤਾ ਜਾ ਰਿਹਾ ਸੀ। ਕੀ ਲੱਗਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਵੱਧ ਸਕਦਾ ਹੈ ਔਰ ਕਿਸ ਤਰ੍ਹਾਂ ਦੀ ਤਸਵੀਰ ਜੋ ਹੈ ਉਹ ਵੇਖਣ ਨੂੰ ਮਿਲ ਸਕਦੀ ਹੈ? बिल्कुल, जो E20 नेशनल टाउनशिप अगेंस्ट E20 को लेकर के उन्होंने शुरू किया था उसमें सिर्फ दिल्ली नहीं, दिल्ली के आसपास क्षेत्र जितने भी इलाके के लोग हैं जो E20 को लेकर के खुश नहीं हैं, वो बड़ी संख्या में जुड़े थे ऑफलाइन और ऑनलाइन। और उन्होंने इसकी E20 को लेकर के जो भी चुनौतियां सामने आ रही हैं उन्होंने रखी थी उसमें। और कुछ याचिकाएं भी आई थी, कुछ नहीं बल्कि 2,33,000 के ऊपर याचिकाएं थी और उन्हीं के जो लोगों के हस्ताक्षर थे वही पीएम हाउस तक जाने की कोशिश हो रही थी। क्योंकि पहले जब अरविंद केजरीवाल जी ने चिट्ठी के माध्यम से पीएम से जवाब मांगा था, उन्होंने जवाब नहीं दिया, तो उन्होंने कहा कि अब हम घेरेंगे पीएम हाउस को 100 लोगों को लेकर के। लेकिन जब वो 100 लोगों को लेकर के जा रहे थे पीएम हाउस की तरफ, वही जो 2,33,000 के ऊपर जो याचिकाएं उनको लेकर के जब जा रहे थे, तो तभी भी दिल्ली पुलिस ने उनको रोक लिया और जाने नहीं दिया। इसके बाद में भी अब उन्होंने कहा है कि हम देश के अलग अलग राज्यों में व्यापक स्तर पर एक बहुत बड़ा आंदोलन जो है करेंगे। इसमें शुरुआत जो है हम असम से करने जा रहे हैं। एक प्रेस कॉन्फ्रेंस के जरिए आप पार्टी के ही नेताओं ने जानकारी दी है कि एक बहुत बड़ा आंदोलन E20 के खिलाफ हम जो है करने जा रहे हैं और देश की जनता के साथ हम खिलवाड़ नहीं होने देंगे। जी ठीक है गौरी, बहुत बहुत शुक्रिया गलबात करने के लिए, जानकारी साझी करने के लिए। ਤਾਂ ਹੁਣ ਵੇਖਣਾ ਰਹੇਗਾ ਕਿ ਕਿਸ ਤਰ੍ਹਾਂ ਦੇ ਨਾਲ ਤਸਵੀਰ ਜੋ ਹੈ ਨਿਕਲ ਕੇ ਸਾਹਮਣੇ ਆਉਂਦੀ ਹੈ। ਹਾਲਾਂਕਿ ਲਗਾਤਾਰ ਵਿਰੋਧੀ ਧਿਰਾਂ ਜੋ ਨੇ ਕੇਂਦਰ ਸਰਕਾਰ ਨੂੰ ਘੇਰਦੀਆਂ ਹੋਈਆਂ E20 ਦੇ ਉੱਤੇ ਨਜ਼ਰ ਆ ਰਹੀਆਂ ਨੇ ਔਰ ਮੰਗ ਇੱਕੋ ਕੀਤੀ ਜਾ ਰਹੀ ਹੈ ਕਿ E20 ਪੈਟਰੋਲ ਨੂੰ ਬੰਦ ਕੀਤਾ ਜਾਏ, ਨਹੀਂ ਤਾਂ ਫਿਰ ਆਪਸ਼ਨਲ ਪੈਟਰੋਲ ਪੰਪਾਂ ਦੇ ਉੱਤੇ ਹੋਣਾ ਚਾਹੀਦਾ ਹੈ ਜੋ ਕਿ ਆਪਣੀ ਮਰਜ਼ੀ ਦੇ ਤਹਿਤ ਜੋ ਲੋਕ ਨੇ ਉਹ ਪੈਟਰੋਲ ਪਵਾ ਸਕਦੇ ਨੇ। ਤਾਂ ਫਿਰ ਹੁਣ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਤਸਵੀਰ ਰਹੇਗੀ ਇਹ ਵੇਖਣਾ बेहद ज्यादा अहम रहेगा। हालांकि संघर्ष ਨੂੰ ਲੈ ਕੇ ਲੋਕ ਕਹਿ ਰਹੇ ਨੇ ਕਿ ਅਸੀਂ ਸੜਕਾਂ ਦੇ ਉੱਤੇ ਇੱਕ ਵਾਰ ਮੁੜ ਤੋਂ ਉਤਰ ਸਕਦੇ ਹਾਂ।